ਸਤਿ ਸ਼੍ਰੀ ਅਕਾਲ, ਮੈਂ ਮਨਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਉਦੈ ਨਿਊਜ਼ ਲਾਈਵ ਸੱਚ ਕਾ ਸਵੇਰਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਲਦਾਖ 'ਚ ਭਾਰਤ ਤੇ ਚੀਨ ਦੀਆਂ ਫੌਜਾਂ ਹੋਈਆਂ ਆਮੋ ਸਾਹਮਣੇ, ਹਾਲਤ ਗੰਭੀਰ, CDS ਵਿਪਿਨ ਰਾਵਤ ਨੇ ਦੱਸੀ ਹਕੀਕਤ। ਦਿੱਲੀ ਵਿੱਚ ਧੂਏ ਦਾ ਕਹਿਰ, ਫਿੱਕੀ ਪਈ ਸੂਰਜ ਦੀ ਰੋਸ਼ਨੀ। ਘਰ 'ਚ ਸ਼ਰੇਆਮ ਚੱਲੀ ਗੋਲੀਆਂ, ਕੈਨੇਡਾ ਤੋਂ ਪਰਤੀ ਲੜਕੀ ਦੀ ਮੌਤ, 3 ਜ਼ਖਮੀ। ਖੇਤੀ ਕਾਨੂੰਨ ਤੇ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਨੂੰ ਲਾਏ ਰਗੜੇ, ਆਪਣੀ ਸਰਕਾਰ ਤੇ ਵੀ ਉਠਾਏ ਸਵਾਲ। ਅਮਰੀਕੀ ਚੋਣ ਨਤੀਜਿਆਂ ਬਾਰੇ ਵੱਡੀ ਖਬਰ, ਹੁਣ ਇਹ 5 ਸੂਬੇ ਕਰਨਗੇ ਰਾਸ਼ਟਰਪਤੀ ਦਾ ਫੈਸਲਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਿਨ ਰਾਵਤ ਨੇ ਕਿਹਾ ਕਿ ਪੂਰਬੀ ਲੱਦਾਖ LOC ਲਾਗੇ ਹਾਲਾਤ ਤਣਾਅਪੂਰਨ ਹਨ। ਉਹਨਾਂ ਕਿਹਾ ਕਿ ਸਾਡਾ ਸਟੈਂਡ ਸਪਸ਼ਟ ਹੈ। ਆਓ ਜਾਣਦੇ ਹਾਂ ਖਬਰ ਵਿਸਤਾਰ ਨਾਲ। चीफ ऑफ डिफेंस स्टाफ जनरल बिपिन रावत ने कहा कि पूर्वी लद्दाख च LOC लागे हालत गंभीर है। उन्होंने कहा कि साडा स्टैंड स्पष्ट है, असी असल कंट्रोल रेखा च कोई तब्दीली प्रवान नहीं करांगे। जनरल रावत ने दस्सिया कि चीन दी फौज नूं लद्दाख च कीते गए अपने कार्रवाई दे विरोध च भारत रक्षा बलां दे मजबूत प्रतिक्रम कारण हुण अणकियासे नतीजिਆਂ ਦਾ ਸਾਹਮਣਾ करना पै रहा। उन्होंने कहा कि सरहद उत्ते झड़प तो बिना भड़काहट फौजी कार्रवाई ते ਵੱਡੇ ਸੰਘਰਸ਼ ਵਿੱਚ ਤਬਦੀਲ ਹੋਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਬਾਰੇ ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਲਗਾਤਾਰ ਲੁਕਵੀਂ ਜੰਗ ਲੜ ਰਿਹਾ ਹੈ ਤੇ ਭਾਰਤ ਵਿਰੁੱਧ ਉਹ ਘਟੀਆ ਕਿਸਮ ਦੀ ਬਿਆਨਬਾਜ਼ੀ ਕਰ ਰਿਹਾ ਹੈ, ਜਿਸ ਕਾਰਨ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਹੋਰ ਵੀ ਖਰਾਬ ਹੋ ਗਏ ਹਨ। ਚੀਨ ਨਾਲ ਸਰਹੱਦ ਉੱਤੇ ਤਣਾਅਪੂਰਨ ਦੌਰਾਨ ਪੂਰਬੀ ਲੱਦਾਖ 'ਚ ਅਸਲੀ ਕੰਟਰੋਲ ਰੇਖਾ ਉੱਤੇ ਤਾਇਨਾਤ ਜਵਾਨਾਂ ਨੂੰ ਭਿਆਨਕ ਠੰਡ ਵਿੱਚ ਵਰਤਣ ਵਾਲੇ ਕੱਪੜੇ ਦਿੱਤੇ ਗਏ ਹਨ। ਇਹ ਕੱਪੜੇ ਅਮਰੀਕਾ ਤੋਂ ਖਰੀਦੇ ਗਏ ਹਨ ਤਾਂ ਜੋ ਸਖਤ ਠੰਡ ਵਿੱਚ ਵੀ ਜਵਾਨ ਚੌਕਸ ਰਹਿਣ। ਗਰਮ ਕੱਪੜਿਆਂ ਨਾਲ ਜਵਾਨ ਨੂੰ SIEG ਅਸੌਲਟ ਰਾਈਫਲ ਦਿੱਤੀਆਂ ਗਈਆਂ ਹਨ। ਫੌਜੀ ਅਧਿਕਾਰੀਆਂ ਨੇ ਕਿਹਾ ਕਿ ਬੇਹੱਦ ਠੰਡ ਦੇ ਮੌਸਮ ਵਿੱਚ ਚੁਣੌਤੀਆਂ ਨਾਲ ਨਿਪਟਣ ਲਈ ਜਵਾਨਾਂ ਨੂੰ ਖਾਸ ਕੱਪੜੇ ਤੇ ਹਥਿਆਰ ਦਿੱਤੇ ਗਏ ਹਨ। ਰਾਸ਼ਟਰੀ ਰਾਜਧਾਨੀ ਵਿੱਚ ਹਵਾ ਦਾ ਪੱਧਰ ਲਗਾਤਾਰ ਵਿਗੜਦਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਆਨੰਦ ਵਿਹਾਰ ਵਿੱਚ ਹਵਾ ਦੀ ਗੁਣਵੱਤਾ ਦੀ ਸੂਚਕ ਅੰਕ 422, RK ਪੁਰਮ ਵਿੱਚ 407, ਦੁਆਰਕਾ ਸੈਕਟਰ 8 ਵਿੱਚ 421 ਤੇ ਵਧਾਣਾ ਵਿੱਚ 430 ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਪ੍ਰਦੂਸ਼ਣ ਦਾ ਪੱਧਰ ਗੰਭੀਰ ਸਥਿਤੀ ਵਿੱਚ ਪਹੁੰਚ ਗਿਆ ਹੈ। ਸਭ ਤੋਂ ਬੁਰਾ ਹਾਲ NCR ਤੇ ਨੋਇਡਾ ਦਾ ਹੈ। ਦਿੱਲੀ NCR ਦੇ ਸ਼ਹਿਰਾਂ ਦਾ 에ਅਰ ਇੰਡੈਕਸ 400 ਤੋਂ ਉੱਪਰ ਗੰਭੀਰ ਸ਼੍ਰੇਣੀ ਵਿੱਚ ਆ ਗਿਆ ਹੈ। ਉੱਥੇ ਹੀ ਨੋਇਡਾ ਵਿੱਚ ਇਹ ਪੱਧਰ 610 ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਜ ਵੀ PS 2.5 ਦਾ ਪੱਧਰ 500 ਤੋਂ ਉੱਪਰ ਰਿਕਾਰਡ ਕੀਤਾ ਗਿਆ। ਦਿੱਲੀ ਯੂਨੀਵਰਸਿਟੀ ਦੀ 에ਅਰ ਕੁਆਲਿਟੀ ਇੰਡੈਕਸ 540 ਤੇ IIT ਦਿੱਲੀ ਦਾ ਆંકੜਾ 563 ਹੈ। ਉੱਥੇ ਹੀ ਗੁਰੂਗ੍ਰਾਮ ਦੇ ਵਿੱਚ ਇਹ ਪੱਧਰ 462 ਹੈ। ਉੱਥੇ ਹੀ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਹਰਿਆਣੇ ਦੇ ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ ਬਹੁਤ ਹੀ ਖਰਾਬ ਹੈ। ਬਠਿੰਡੇ 'ਚ ਦੇਰ ਰਾਤ ਇੱਕ ਘਰ ਵਿੱਚ ਸ਼ਰੇਆਮ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਲੜਕੀ ਦੀ ਮੌਤ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮੇਰੀ ਭੈਣ ਕੈਨੇਡਾ ਵਿੱਚ PR ਸੀ, ਜੋ ਕਿ 10 ਦਿਨ ਪਹਿਲਾਂ ਬਠਿੰਡੇ ਆਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਭਗਤਾ ਭਾਈ ਤੇ ਦੇਰ ਰਾਤ ਇੱਕ ਘਰ ਵਿੱਚ ਸ਼ਰੇਆਮ ਗੋਲੀਆਂ ਚੱਲਣ ਦੀ ਘਟਨਾ ਵਾਪਰੀ। ਇਸ ਸੰਬੰਧੀ ਹਾਸਲ ਜਾਣਕਾਰੀ ਮੁਤਾਬਕ ਕੁੱਕੂ ਦੇ ਘਰ ਵਿੱਚ ਉਸਦੇ ਰਿਸ਼ਤੇਦਾਰ ਵੱਲੋਂ ਅੱਧੀ ਰਾਤ ਦਾਖਲ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਹਮਲੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਹੈ, ਜਦੋਂ ਕਿ 3 ਹੋਰ ਜ਼ਖਮੀ ਹੋ ਗਏ ਹਨ। ਇਸ ਘਟਨਾ 'ਚ ਜ਼ਖਮੀਆਂ ਨੂੰ ਇਲਾਜ ਲਈ ਬਠਿੰਡੇ ਦੇ ਹਸਪਤਾਲ ਭੇਜਿਆ ਗਿਆ ਹੈ। ਉੱਥੇ ਹੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਲੜਕੀ ਦੇ ਭਰਾ ਨੇ ਦੱਸਿਆ ਕਿ ਅਸੀਂ ਇਸ ਪਰਿਵਾਰ ਨਾਲ ਪਿਛਲੇ 20 ਤੋਂ 25 ਸਾਲ ਲਗਾਤਾਰ ਵਰਤਦੇ ਆ ਰਹੇ ਹਾਂ। ਇਸ ਦੇ ਚੱਲਦੇ ਬੀਤੇ ਦਿਨ ਸਾਡੇ ਪਰਿਵਾਰ ਇਹਨਾਂ ਦੇ ਘਰੇ ਗਏ ਸੀ, ਪਰ ਭਗਤਾ ਭਾਈ ਵਿਖੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਲੜਕੀ ਦੇ ਘਰ ਆ ਕੇ ਗੋਲੀਆਂ ਚਲਾਈਆਂ। ਇਸ ਦੌਰਾਨ ਘਰ ਵਿੱਚ ਮ੍ਰਿਤਕ ਆਪਣੇ ਪਿਤਾ ਦੇ ਨਾਲ ਰਿਸ਼ਤੇਦਾਰਾਂ ਦੇ ਘਰ ਦੇ ਮੈਂਬਰਾਂ ਸਣੇ ਮੌਜੂਦ ਸੀ। ਉੱਥੇ ਹੀ ਮ੍ਰਿਤਕ ਨੇ ਦੱਸਿਆ ਕਿ ਉਸ ਦੀ ਭੈਣ ਕੈਨੇਡਾ ਵਿੱਚ PR ਸੀ, ਜੋ ਕਿ 10 ਦਿਨ ਪਹਿਲਾਂ ਬਠਿੰਡੇ ਆਈ ਸੀ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਸਖਤ ਕਾਰਵਾਈ ਵੀ ਕੀਤੀ ਜਾਵੇ। ਉੱਥੇ ਹੀ ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਬਠਿੰਡਾ ਪੁਲਿਸ ਨੇ ਕਿਹਾ ਕਿ ਫਿਲਹਾਲ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਹਨ ਉਹ ਜ਼ਖਮੀ ਹਨ ਤੇ ਬਿਆਨ ਨਹੀਂ ਦੇ ਸਕਦੇ, ਤੇ ਜਦੋਂ ਉਹ ਹੋਸ਼ 'ਚ ਆਉਣਗੇ ਤਾਂ ਬਿਆਨ ਦਰਜ ਕਰ ਘਟਨਾ ਦੀ ਅੱਗੇ ਦੀ ਜਾਂਚ ਕੀਤੀ ਜਾਵੇਗੀ।
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਖੇਤੀ ਕਾਨੂੰਨ ਨੂੰ ਲੈ ਕੇ ਕਾਫੀ ਸਰਗਰਮ ਹੋ ਗਏ ਹਨ। ਕੈਪਟਨ ਨਾਲ ਨਾਰਾਜ਼ਗੀ ਕਰਕੇ ਕਾਫੀ ਸਮੇਂ ਤੋਂ ਸਿਆਸੀ ਸਰਗਰਮੀਆਂ ਤੋਂ ਲਾਭੇ ਚੱਲ ਰਹੇ ਨਵਜੋਤ ਸਿੰਘ ਸਿੱਧੂ ਖੇਤੀ ਕਾਨੂੰਨ ਨਾਲ ਸੰਬੰਧਿਤ ਕਾਂਗਰਸ ਦੇ ਹਰ ਐਕਸ਼ਨ ਵਿੱਚ ਪਹੁੰਚ ਰਹੇ ਹਨ। ਅੱਜ ਉਹਨਾਂ ਨੇ ਖੁਦ ਅੰਮ੍ਰਿਤਸਰ ਵਿੱਚ ਰੈਲੀ ਕੀਤੀ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਸੁਧਾਰ ਕਾਨੂੰਨ ਵਿਰੁੱਧ ਉਹਨਾਂ ਨੇ ਖੂਬ ਹਮਲੇ ਕੀਤੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਸੁਧਾਰ ਕਾਨੂੰਨ ਲਾਗੂ ਕਰਕੇ ਪੰਜਾਬ ਨੂੰ ਦਬਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਔਂਕੜ ਚੋਂ ਕੱਢਣ ਦਾ ਹੱਲ ਪੰਜਾਬ ਸਰਕਾਰ ਕੋਲ ਹੈ। ਪੰਜਾਬ ਆਪਣੀ ਸੰਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ। ਖੇਤੀ ਕਾਨੂੰਨ ਨੂੰ ਲੈ ਕੇ ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਉੱਤੇ ਸਿਆਸੀ ਹਮਲਾ ਕੀਤਾ, ਉੱਥੇ ਦੂਜੇ ਪਾਸੇ ਆਪਣੇ ਹੀ ਸਰਕਾਰ ਉੱਤੇ ਸਵਾਲ ਨਿਸ਼ਾਨ ਖੜੇ ਕੀਤੇ ਹਨ। ਖੇਤੀ ਕਾਨੂੰਨ ਨੂੰ ਲੈ ਕੇ ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਉੱਤੇ ਸਿਆਸੀ ਹਮਲਾ ਕੀਤਾ, ਉੱਥੇ ਦੂਜੇ ਪਾਸੇ ਆਪਣੀ ਹੀ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ। ਸ਼ੁੱਕਰਵਾਰ ਨੂੰ ਬੱਲਾ ਸਬਜ਼ੀ ਮੰਡੀ 'ਚ ਫਲ ਤੇ ਸਬਜ਼ੀ ਯੂਨੀਅਨ ਵੱਲੋਂ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਬਾਬਾ ਨਾਨਕ ਨੇ ਹਲ ਚਲਾਉਣ ਦਾ ਸੰਦੇਸ਼ ਦਿੱਤਾ ਸੀ ਤੇ ਕੁਝ ਲੋਕ ਕਿਸਾਨ ਵਿਰੁੱਧ ਸਾਜ਼ਿਸ਼ ਰਚ ਰਹੇ ਹਨ। ਉਹਨਾਂ ਕਿਹਾ ਕਿ ਚੋਣਾਂ ਆਉਣ ਤੇ ਹੀ ਹਾਲਾਤ ਕਿਉਂ ਖਰਾਬ ਹੋਣ ਲੱਗ ਪੈਂਦੇ ਹਨ। ਉਹਨਾਂ ਕਿਸਾਨਾਂ ਤੇ ਹੋਰਨਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਕੁਝ ਲੋਕ ਆਪਣੀ ਨਾਕਾਮੀ ਲੁਕਾਉਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਪੰਜਾਬ ਨੂੰ ਤੋੜਨ ਦੇ ਯਤਨ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਕੇਂਦਰ ਦਾ ਏਜੰਡਾ ਸਾਫ਼ ਹੈ, ਪਹਿਲਾਂ ਖੇਤੀ ਸੁਧਾਰ ਕਾਨੂੰਨ ਤੇ ਹੁਣ ਪਰਾਲੀ ਸਾੜਨ ਉੱਤੇ ਮੋਟਾ ਜੁਰਮਾਨਾ, ਜਦਕਿ ਕੁਝ ਵੱਡੇ ਘਰਾਣਿਆਂ ਨੂੰ 5 ਲੱਖ ਕਰੋੜ ਰੁਪਏ ਤੱਕ ਦਾ ਟੈਕਸ ਵੀ ਸਰਕਾਰ ਛੱਡ ਦਿੰਦੀ ਹੈ। ਲੱਗਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਬਦਲਾ ਲੈਣ ਲਈ ਇਹ ਸਭ ਕੁਝ ਕਰ ਰਹੀ ਹੈ, ਪਰ ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਨੂੰ ਪਲਟ ਦੇਵੇਗਾ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਕਾਨੂੰਨ ਸਿਰਫ ਕੁਝ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਲਿਆ ਰਹੀ ਹੈ। ਦੇਸ਼ ਦਾ ਅਨਾਜ ਭੰਡਾਰ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਇਹ ਕਾਨੂੰਨ ਖੋਖਲਾ ਕਰ ਦੇਵੇਗਾ। ਅਮਰੀਕਾ 'ਚ ਇਹ 5 ਸੂਬੇ ਕਰਨਗੇ ਰਾਸ਼ਟਰਪਤੀ ਦਾ ਫੈਸਲਾ। ਫੌਕਸ ਨਿਊਜ਼ ਮੁਤਾਬਕ ਪੈਨਸਿਲਵੇਨੀਆ, ਜਾਰਜੀਆ, ਨਾਰਥ ਕੈਲੀਫੋਰਨੀਆ, ਨਿਵਾਡਾ ਤੇ ਅਲਾਸਕਾ ਦੇ ਚੋਣ ਨਤੀਜੇ ਹਜੇ ਆਉਣੇ ਬਾਕੀ ਹਨ। ਆਓ ਜਾਣਦੇ ਹਾਂ ਖਬਰ ਵਿਸਤਾਰ ਨਾਲ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨਤੀਜਾ ਬਹੁਤ ਦਿਲਚਸਪ ਮੋੜ ਉੱਤੇ ਪਹੁੰਚ ਚੁੱਕੀ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਮੀਦਵਾਰ ਜੋ ਬਾਈਡਨ ਵਿਚਾਲੇ ਸਖਤ ਟੱਕਰ ਚੱਲ ਰਹੀ ਹੈ। ਜੋ ਬਾਈਡਨ ਅਤੇ ਵਾਈਟ ਹਾਊਸ ਵਿਚਾਲੇ ਹੁਣ ਸਿਰਫ 6 ਵੋਟਾਂ ਦਾ ਹੀ ਫਰਕ ਹੈ। ਇਹਨਾਂ 6 ਵੋਟਾਂ ਦੀ ਪਿਛਲੇ ਲਗਭਗ 24 ਘੰਟੇ ਤੋਂ ਉਡੀਕ ਚੱਲ ਰਹੀ ਹੈ, ਕਿਉਂਕਿ 5 ਰਾਜਾਂ ਦੇ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ। ਸੁਖਾਲੀ ਭਾਸ਼ਾ ਚ ਆਖੀਏ ਤਾਂ ਬਾਈਡਨ ਦੇ ਖਾਤੇ 'ਚ 264 ਵੋਟਾਂ ਆ ਚੁੱਕੀਆਂ ਹਨ। ਉਹਨਾਂ ਨੂੰ ਸਿਰਫ 6 ਵੋਟਾਂ ਚਾਹੀਦੀਆਂ ਹਨ, ਕਿਉਂਕਿ ਵਾਈਟ ਹਾਊਸ ਤੱਕ ਪੁੱਜਣ ਲਈ 270 ਦਾ ਜਾਦੂਈ ਆંકੜਾ ਚਾਹੀਦਾ ਹੈ। ਇੰਜ ਜੋ ਬਾਈਡਨ ਨੂੰ ਹੁਣ ਵਾਈਟ ਹਾਊਸ ਪੁੱਜਣ ਲਈ ਸਿਰਫ ਇੱਕ ਰਾਜ ਜਿੱਤਣ ਦੀ ਜ਼ਰੂਰਤ ਹੈ। ਉੱਥੇ ਹੀ ਟਰੰਪ ਨੂੰ 114 ਵੋਟਾਂ ਮਿਲੀਆਂ ਹਨ। ਇਹ ਉਹਨਾਂ ਲਈ ਇੱਕ ਝਟਕਾ ਹੈ, ਕਿਉਂਕਿ ਉਹ ਵਾਈਟ ਹਾਊਸ ਦੇ ਦੌੜ 'ਚ ਪਛੜ ਗਏ ਹਨ। ਉੱਥੇ ਹੀ ਫੌਕਸ ਨਿਊਜ਼ ਮੁਤਾਬਕ ਹਜੇ ਪੈਨਸਿਲਵੇਨੀਆ, ਜਾਰਜੀਆ, ਨਾਰਥ ਕੈਲੀਫੋਰਨੀਆ, ਨਿਵਾਡਾ ਤੇ ਅਲਾਸਕਾ ਦੀ ਚੋਣਾਂ ਨਤੀਜੇ ਆਉਣੇ ਹਜੇ ਬਾਕੀ ਹਨ। ਇਸੇ ਦੇ ਨਾਲ ਮੈਂ ਤੁਹਾਡੇ ਤੋਂ ਅਲਵਿਦਾ ਲੈਣਾ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।